ਕੇਂਦਰ ਦੀ ਮੋਦੀ ਸਰਕਾਰ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਜਾ ਰਹੀ ਹੈ। ਐਸੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਇਹ ਬਿਆਨ ਤੁਸੀਂ ਬੜੀ ਵਾਰ ਪੰਜਾਬ ਦੇ ਸਿਆਸਤਦਾਨਾਂ ਦੇ ਮੂੰਹੋਂ ਸੁਣਿਆ ਹੋਵੇਗਾ। ਲੋਕਾਂ 'ਚ ਵੀ ਇਸ ਨੂੰ ਲੈ ਕੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਪਰ ਐਸੀ ਕੋਈ ਰਿਪੋਰਟ ਨਹੀਂ ਹੈ ਜੋ ਇਹ ਦੱਸਦੀ ਹੋਵੇ ਕਿ ਪੰਜਾਬ 'ਚ ਪ੍ਰੈਜ਼ੀਡੈਂਟ ਰੂਲ ਯਾਨੀ ਕਿ ਰਾਸ਼ਟਰਪਤੀ ਸ਼ਾਸਨ ਲੱਗਣ ਜਾ ਰਿਹਾ ਹੋਵੇ। ਪਰ ਸਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਲੈ ਕੇ ਕੁਝ ਸਵਾਲ ਜ਼ਰੂਰ ਆ ਰਹੇ ਹੋਣਗੇ ਕਿ ਆਖਰ ਰਾਸ਼ਟਰਪਤੀ ਸ਼ਾਸਨ ਕੀ ਹੁੰਦਾ ਹੈ, ਕਿਉਂ ਲਗਾਇਆ ਜਾਂਦਾ ਹੈ, ਅਗਰ ਲੱਗੇਗਾ ਤਾਂ ਕਿੰਨੀ ਦੇਰ ਤੱਕ ਲੱਗਾ ਰਹੇਗਾ ਤੇ ਕਿਹੜੇ ਹਾਲਾਤਾਂ 'ਚ ਹਟਾਇਆ ਜਾ ਸਕਦਾ ਹੈ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਸਾਨ ਭਾਸ਼ਾ 'ਚ ਇਸ ਵੀਡੀਓ 'ਚ। ਤੁਸੀਂ ਸਭ ਜਾਣਦੇ ਹੋ ਕਿ ਹਰ ਸੂਬੇ 'ਚ ਇੱਕ ਰਾਜਪਾਲ ਹੁੰਦਾ ਹੈ ਜਿਸ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਕੇਂਦਰ 'ਚ ਜੋ ਕੰਮ ਰਾਸ਼ਟਰਪਤੀ ਕਰਦਾ ਹੈ, ਸੂਬੇ 'ਚ ਉਹੀ ਕੰਮ ਰਾਜਪਾਲ ਵੱਲੋਂ ਕੀਤਾ ਜਾਂਦਾ ਹੈ। ਇਹ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਇਸ ਸੂਬੇ 'ਚ ਕੇਂਦਰ ਦਾ ਨੁਮਾਇੰਦਾ ਹੁੰਦਾ ਹੈ ਤੇ ਸੰਵਿਧਾਨ ਦੇ ਆਰਟੀਕਲ 355 ਤਹਿਤ ਜੇਕਰ ਕਿਸੇ ਸੂਬੇ 'ਚ ਬਾਹਰੀ ਹਮਲੇ ਜਾਂ ਅੰਦਰੂਨੀ ਅਵਿਵਸਥਾ ਦੀ ਸਥਿਤੀ ਹੋਵੇ ਤਾਂ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾ ਸਕਦਾ ਹੈ। ਉਸੇ ਤਰ੍ਹਾਂ ਰਾਜਪਾਲ ਦੀ ਰਿਪੋਰਟ ਜੇਕਰ ਸੂਬੇ 'ਚ ਅਸੰਵਿਧਾਨਕ ਢਾਂਚੇ ਡਾਵਾਡੋਲ ਹੋਣ ਦੀ ਗੱਲ ਕਹਿੰਦੀ ਹੈ ਤਾਂ ਕੇਂਦਰ ਸਰਕਾਰ ਉਸ ਦਾ ਨੋਟਿਸ ਲੈ ਸਕਦੀ ਹੈ। ਤੇ ਇਸ ਤੋਂ ਬਾਅਦ ਆਰਟੀਕਲ 356 'ਚ ਜ਼ਿਕਰ ਆਉਂਦਾ ਹੈ ਰਾਸ਼ਟਰਪਤੀ ਸ਼ਾਸਨ ਦਾ। ਰਾਸ਼ਟਰਪਤੀ ਕੇਂਦਰੀ ਮੰਤਰੀ ਮੰਡਲ ਦੀ ਸਲਾਹ ਤੇ ਆਰਟੀਕਲ 356 ਦੇ ਤਹਿਤ ਸੂਬੇ 'ਚ ਸੱਤਾ ਚਲਾ ਰਹੀ ਸਰਕਾਰ ਨੂੰ ਬਰਖਾਸਤ ਕਰਕੇ ਸ਼ਾਸਨ ਆਪਣੇ ਹੱਥ 'ਚ ਲੈ ਸਕਦੇ ਨੇ। ਅਗਰ ਰਾਸ਼ਟਰਪਤੀ ਨੂੰ ਸੂਬੇ ਦੇ ਰਾਜਪਾਲ ਵੱਲੋਂ ਇਹ ਰਿਪੋਰਟ ਦਿੱਤੀ ਜਾਂਦੀ ਹੈ ਕਿ ਸੂਬੇ 'ਚ ਸੰਵਿਧਾਨ ਦੇ ਤਹਿਤ ਸਰਕਾਰ ਦਾ ਸੰਚਾਲਨ ਨਹੀਂ ਹੋ ਸਕਦਾ ਤਾਂ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਆ ਕਿ ਆਖਰ ਕਿਹੜੇ ਹਾਲਾਤਾਂ 'ਚ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ। ਜੇਕਰ ਸੂਬੇ ਦੀ ਵਿਧਾਨ ਸਭਾ 'ਚ ਕਿਸੇ ਵੀ ਪਾਰਟੀ ਦਾ ਬਹੁਮਤ ਸਾਬਿਤ ਨਾ ਹੋ ਸਕਿਆ ਹੋਵੇ ਤੇ ਵਿਧਾਨ ਸਭਾ ਆਪਣਾ ਨੇਤਾ ਤੇ ਮੁੱਖ ਮੰਤਰੀ ਨਾ ਚੁਣ ਸਕੀ ਹੋਵੇ, ਕਿਸੇ ਆਫਤ ਜਿਵੇਂ ਜੰਗ, ਭੂਚਾਲ, ਹੜ੍ਹ ਜਾਂ ਮਹਾਮਾਰੀ ਵਰਗੇ ਹਾਲਾਤ ਕਾਰਨ ਸੂਬੇ 'ਚ ਸਮੇਂ ਸਿਰ ਚੋਣਾਂ ਨਾ ਹੋ ਸਕੀਆਂ ਹੋਣ ਤਾਂ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਜੇਕਰ ਵਿਧਾਨ ਸਭਾ 'ਚ ਬੇਭਰੋਸਗੀ ਮਤਾ ਲਿਆਂਦਾ ਗਿਆ ਹੋਵੇ ਤੇ ਸਰਕਾਰ ਇਸ ਕਾਰਨ ਡਿੱਗ ਗਈ ਹੋਵੇ ਤੇ ਹੋਰ ਪਾਰਟੀਆਂ ਆਪਣਾ ਬਹੁਮਤ ਪੇਸ਼ ਨਾ ਕਰ ਸਕੀਆਂ ਹੋਣ ਤਾਂ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਤੇ ਜੇ ਰਾਜਪਾਲ ਜਾਂ ਰਾਸ਼ਟਰਪਤੀ ਖੁਦ ਮਹਿਸੂਸ ਕਰਨ ਕਿ ਸੂਬੇ ਦੀ ਸਰਕਾਰ ਜਾਂ ਵਿਧਾਨ ਸਭਾ ਸੰਵਿਧਾਨ ਦੇ ਮੁਤਾਬਿਕ ਵਿਵਹਾਰ ਨਹੀਂ ਕਰ ਰਹੀ ਤਾਂ ਵੀ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ। ਆਰਟੀਕਲ 356 ਦੇ ਤਹਿਤ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਸੰਸਦ ਦੀ ਮਨਜ਼ੂਰੀ ਮਿਲਣੀ ਵੀ ਜ਼ਰੂਰੀ ਹੁੰਦੀ ਹੈ। ਅਗਰ ਰਾਸ਼ਟਰਪਤੀ ਸ਼ਾਸਨ ਦੇ ਮਤੇ ਨੂੰ ਸੰਸਦ ਖਾਰਜ ਕਰ ਦੇਵੇ ਤਾਂ ਇਸ ਨੂੰ ਹਟਾਉਣਾ ਪੈਂਦਾ ਹੈ। ਆਰਟੀਕਲ 356 ਦੇ ਤਹਿਤ ਲੱਗਣ ਵਾਲਾ ਰਾਸ਼ਟਰਪਤੀ ਸ਼ਾਸਨ ਇੱਕ ਵਾਰ 'ਚ 6 ਮਹੀਨੇ ਦੇ ਲਈ ਲਗਾਇਆ ਜਾ ਸਕਦਾ ਹੈ। ਵਿਸ਼ੇਸ਼ ਹਾਲਾਤ 'ਚ ਅਗਰ ਇਸ ਦਾ ਵਿਸਥਾਰ ਕਰਨਾ ਪਵੇ ਤਾਂ 3 ਸਾਲ ਲਈ ਹੋ ਸਕਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਅੱਤਵਾਦ ਦੇ ਦੌਰ 'ਚ ਲਗਾਤਾਰ ਪੰਜਾਬ 5 ਸਾਲਾਂ ਲਈ ਰਾਸ਼ਟਰਪਤੀ ਸ਼ਾਸਨ ਹੇਠ ਰਿਹਾ ਸੀ। 1987 ਤੋਂ 1992 ਤੱਕ ਪੰਜਾਬ ਹੁਣ ਤੱਕ ਤਕਰੀਬਨ 3510 ਦਿਨਾਂ ਲਈ ਰਾਸ਼ਟਰਪਤੀ ਸ਼ਾਸਨ ਹੇਠ ਰਹਿ ਚੁੱਕਾ ਹੈ। ਇਹ ਕਿਸੇ ਵੀ ਸੂਬੇ ਨਾਲੋਂ ਹੁਣ ਤੱਕ ਸਭ ਤੋਂ ਵੱਧ ਸਮਾਂ ਹੈ। ਹੁਣ ਸਵਾਲ ਹੈ ਕਿ ਜਦੋਂ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਤਾਂ ਕੀ ਹੁੰਦਾ ਹੈ। ਸਿੱਧੀ ਭਾਸ਼ਾ 'ਚ ਗੱਲ ਕਰੀਏ ਤਾਂ ਵਿਧਾਨ ਸਭਾ ਜਾਂ ਕਿਹੜੀ ਪਾਰਟੀ ਜਿੱਤੀ ਹੈ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿ ਜਾਂਦੀ। ਸੂਬੇ ਦੀ ਸਾਰੀ ਜ਼ਿੰਮੇਵਾਰੀ ਆ ਜਾਂਦੀ ਹੈ ਰਾਸ਼ਟਰਪਤੀ ਕੋਲ। ਹੁਣ ਰਾਸ਼ਟਰਪਤੀ ਆ ਕੇ ਸੂਬੇ 'ਚ ਤਾਂ ਕੰਮ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੇ ਰਾਜਪਾਲ ਦੀ ਨਿਯੁਕਤੀ ਕਰ ਰੱਖੀ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਰਾਸ਼ਟਰਪਤੀ ਸ਼ਾਸਨ ਦਾ ਲੋਕਾਂ ਤੇ ਸਿੱਧਾ ਕੀ ਅਸਰ ਪੈਂਦਾ ਹੈ। ਸਿੱਧਾ ਕੋਈ ਅਸਰ ਨਹੀਂ ਪੈਂਦਾ। ਹਾਂ, ਇਹ ਜ਼ਰੂਰ ਹੈ ਕਿ ਚੁਣੀ ਹੋਈ ਸਰਕਾਰ ਕੋਈ ਫੈਸਲੇ ਨਹੀਂ ਲੈ ਸਕਦੀ, ਜੋ ਉਸ ਦੀਆਂ ਨੀਤੀਆਂ ਨੇ ਉਹ ਲਾਗੂ ਨਹੀਂ ਹੋ ਸਕਦੀਆਂ। ਕੇਂਦਰ ਸਰਕਾਰ ਦੇ ਜਿਹੜੀ ਨੀਤੀਆਂ ਨੇ ਉਸ ਦਾ ਲਾਭ ਹੀ ਰਾਜਪਾਲ ਦੇ ਜ਼ਰੀਏ ਲਿੱਤਾ ਜਾ ਸਕਦਾ ਹੈ ਤੇ ਜਦੋਂ ਤੱਕ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ ਉਦੋਂ ਤੱਕ ਕੁਝ ਵੀ ਨਵਾਂ ਨਹੀਂ ਹੈ। ਹੁਣ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ, ਪਰ ਐਸੀ ਕੋਈ ਖਬਰ ਨਹੀਂ ਹੈ ਕਿ ਪੰਜਾਬ 'ਚ ਪ੍ਰੈਜ਼ੀਡੈਂਟ ਰੂਲ ਲੱਗਣ ਜਾ ਰਿਹਾ ਹੋਵੇ।